ਹੈਲੋ एवरीवन PTN 24 ਚੈਨਲ ਦੇ ਉੱਤੇ ਸਾਡੇ ਖਾਸ ਪ੍ਰੋਗਰਾਮ ਹੈਲਥ ਇਜ਼ ਵੈਲਥ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਅੰਕੁਸ਼ ਕੁਮਾਰ ਫਿਟਨੈਸ ਟ੍ਰੇਨਰ 2012 ਨੈਸ਼ਨਲ ਗੋਲਡ ਮੈਡਲਿਸਟ 2019 ਮਿਸਟਰ ਇੰਡੀਆ ਗੋਲਡ ਮੈਡਲਿਸਟ 2019 ਮਿਸਟਰ ਏਸ਼ੀਆ ਗੋਲਡ ਮੈਡਲਿਸਟ। ਔਰ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਕਿਵੇਂ ਐਕਸਰਸਾਈਜ਼ ਕਰ ਸਕਦੇ ਹੋ, ਕਿਵੇਂ ਤੁਸੀਂ ਛੋਟੇ ਟਿਪਸ ਆਪਣੀ ਡਾਈਟ ਦੇ ਜਿਹਦੇ ਨਾਲ ਫੋਲੋ ਕਰਕੇ ਤੁਸੀਂ ਆਪਣੀ ਬੋਡੀ ਨੂੰ ਗੇਨ ਕਰ ਸਕਦੇ ਹੋ ਜਾਂ ਆਪਣੀ ਫੈਟ ਨੂੰ ਲੌਸ ਕਰ ਸਕਦੇ ਹੋ। ਤੁਹਾਨੂੰ ਕੁਝ ਐਕਸਰਸਾਈਜ਼ਾਂ ਦੱਸਾਂਗੇ ਜਿਹਦੇ ਨਾਲ ਤੁਸੀਂ ਆਪਣੀ ਬੋਡੀ ਦਾ weight ਇਨਕਰੀਜ਼ ਕਰ ਸਕਦੇ ਹੋ ਜਾਂ ਆਪਣੀ ਬੋਡੀ ਦਾ weight ਘਟਾ ਸਕਦੇ ਹੋ। ਸੋ ਐਕਸਰਸਾਈਜ਼ ਦੇ ਵਿੱਚ ਜਿਵੇਂ ਲਾ ਲਓ ਕਿ ਤੁਸੀਂ ਆਪਣੇ ਮੋਸਟਲੀ ਕਾਮਨ ਐਕਸਰਸਾਈਜ਼ ਆ ਜਾਂਦੀ ਹੈ ਪੁਸ਼ਅਪ ਕਈ ਲੋਕ ਨੇ ਬਹੁਤ ਵੇਰੀਐਂਟ ਦੇ ਕੇ ਲਾ ਰਹੇ ਨੇ ਇਸ ਟਾਈਮ ਪੁਸ਼ਅਪਸ। ਸੋ ਪੁਸ਼ਅਪਸ ਦੀ ਜਿਹੜੀ ਸਹੀ ਟੈਕਨੀਕ ਹੈ ਉਹ ਕਿਵੇਂ ਆ ਕਿ ਉਹਦੇ 'ਚ ਤੁਸੀਂ ਕਿੰਨੇ ਪੁਸ਼ਅਪਸ ਲਗਾ ਸਕਦੇ ਹੋ, ਕਿੰਨੀ ਰੈਸਟ ਲੈ ਸਕਦੇ ਹੋ, ਕਿੰਨੇ ਤਰ੍ਹਾਂ ਦੇ ਪੁਸ਼ਅਪਸ ਤੁਸੀਂ ਲਗਾ ਸਕਦੇ ਹੋ ਘਰ ਦੇ ਵਿੱਚ ਅਤੇ ਉਹਨਾਂ ਨੂੰ ਤੁਸੀਂ ਕਿਵੇਂ ਉਹਦੇ ਨਾਲ ਆਪਣੀ ਬੋਡੀ ਨੂੰ ਗੇਨ ਕਰ ਸਕਦੇ ਹੋ। ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਮੋਸਟਲੀ ਅੱਜ ਤੁਹਾਨੂੰ ਅਸੀਂ ਕੁਛ ਐਕਸਰਸਾਈਜ਼ ਦੱਸਾਂਗੇ ਜਿਹਦੇ ਨਾਲ ਤੁਸੀਂ ਆਪਣੀ ਫੈਟ ਲੋਸ ਦੇ ਕਰ ਸਕਦੇ ਹੋ, ਆਪਣੀ ਫੈਟ ਲੋਸ ਲਈ ਅਪਲਾਈ ਕਰ ਸਕਦੇ ਹੋ ਔਰ ਜਿਹੜੀਆਂ ਤੁਸੀਂ ਅੰਡਰ ਪਰਸਨਲ ਟ੍ਰੇਨਰ ਦੀ ਗਾਈਡੈਂਸ ਦੇ ਅਕੋਰਡਿੰਗ ਕਰ ਸਕਦੇ ਹੋ ਉਹ ਕਿਹੜੀਆਂ ਐਕਸਰਸਾਈਜ਼ਾਂ ਨੇ ਔਰ ਸਿੰਪਲੀ ਐਕਸਰਸਾਈਜ਼ ਕਿਹੜੀਆਂ ਜਿਹੜੀਆਂ ਤੁਸੀਂ ਨਾਰਮਲੀ ਘਰ ਦੇ ਵਿੱਚ ਕਰ ਸਕਦੇ ਹੋ। ਸਿੰਪਲੀ ਐਕਸਰਸਾਈਜ਼ਾਂ ਬਾਰੇ ਤੁਹਾਨੂੰ ਦੱਸਦਾ ਮੈਂ ਕਿ ਤੁਸੀਂ ਸਿੰਪਲੀ ਐਕਸਰਸਾਈਜ਼ ਜਿਹੜੀਆਂ ਉਹ ਘਰ ਦੇ ਵਿੱਚ ਕਿਹੜੀਆਂ ਕਰ ਸਕਦੇ ਹੋ। ਜਿਵੇਂ ਜੰਪਿੰਗ ਹੋ ਗਈ, ਸਲਾਈਟਲੀ ਜੰਪਿੰਗ ਤੁਹਾਡੇ ਪੰਜਿਆਂ ਦੇ ਉੱਪਰ, ਠੀਕ ਹੈ ਜੀ। ਉਸ ਤੋਂ ਬਾਅਦ ਡੰਬਲ ਸਾਈਡ ਰੇਸਸ ਹੋ ਗਈ, ਜਿਵੇਂ 5 ਵਾਲੇ ਡੰਬਲ ਹੋ ਗਏ ਜਾਂ 4 ਵਾਲੇ ਡੰਬਲ ਹੋ ਗਏ, ਉਹਦੇ ਨਾਲ ਤੁਸੀਂ ਸਾਈਡ ਰੇਸਸ ਲਾ ਸਕਦੇ ਹੋ। ਸਿੰਗਲ ਸਾਈਡ ਲਾ ਸਕਦੇ ਹੋ, ਪਲੈਂਕ ਲਾ ਸਕਦੇ ਹੋ, ਰੋਟੇਸ਼ਨ ਲਾ ਸਕਦੇ ਹੋ, ਠੀਕ ਹੈ ਜੀ। ਇਹ ਹੋ ਗਈ ਜਿਹੜੀ ਤੁਸੀਂ ਆਪਣੇ ਨਾਰਮਲ ਘਰ ਦੇ ਵਿੱਚ ਕਰ ਸਕਦੇ ਹੋ। ਤੇ ਜਿਹੜੀ ਇੱਕ ਆ ਗਈ ਕਿ ਤੁਸੀਂ ਪ੍ਰੋਫੈਸ਼ਨਲ ਟ੍ਰੇਨਰ ਦੇ ਅੰਡਰ ਹੀ ਰਹਿ ਕੇ ਕਰਨੀ ਐਕਸਰਸਾਈਜ਼, ਉਹ ਪ੍ਰੋਫੈਸ਼ਨਲ ਟ੍ਰੇਨਰ ਦੇ ਅੰਡਰ ਰਹਿ ਕੇ ਹੀ ਕਰਨੀ ਚਾਹੀਦੀ ਐਕਸਰਸਾਈਜ਼। ਤੁਸੀਂ ਆਪਣੇ ਆਪ ਜਦੋਂ ਪਰਸਨਲ ਟ੍ਰੇਨਰ ਬਣ ਜਾਂਦੇ ਆ ਉਸ ਟਾਈਮ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਇੰਜਰੀਜ਼ ਦਾ ਸਾਹਮਣਾ ਕਰਨਾ ਪੈ ਜਾਂਦਾ ਵਾ। ਸੋ ਜਿਹਦੇ ਨਤੀਜੇ ਬੜੇ ਬੁਰੇ ਹੁੰਦੇ ਆ। ਦੇਖਣ 'ਚ ਵੀ ਆ ਕਿ ਕਈਆਂ ਦੀ ਬੈਕ ਪੇਨ ਹੋਣ ਲੱਗ ਜਾਂਦੀ ਆ, ਕਈਆਂ ਦੀ ਨੀ ਪੇਨ ਹੋਣ ਲੱਗ ਜਾਂਦੇ ਆ ਜਾਂ ਕਈਆਂ ਦੀ ਹਾਲਤ ਇੱਥੇ ਤੱਕ ਪਹੁੰਚ ਜਾਂਦੀ ਆ ਕਿ ਰੋਂਗ ਵੇ ਦੇ ਨਾਲ ਐਕਸਰਸਾਈਜ਼ ਕਰਦੇ ਕਿ ਉਹਨਾਂ ਨੂੰ ਸਰਜਰੀ ਤੱਕ ਦੀ ਜਿਹੜੀ ਆ ਨੌਬਤ ਆ ਜਾਂਦੀ ਆ। ਸੋ ਉਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਕਿ ਤੁਸੀਂ ਟ੍ਰੇਨਰ ਦੇ ਆਪਣੇ ਪਰਸਨਲ ਟ੍ਰੇਨਰ ਦੇ ਅੰਡਰ ਗਾਈਡੈਂਸ ਦੇ ਅਕੋਰਡਿੰਗ ਕਿਹੜੀ ਐਕਸਰਸਾਈਜ਼ ਕਰ ਸਕਦੇ ਹੋ। ਜਿਵੇਂ ਲੈਗ ਰੇਸਸ ਹੋ ਗਈਆਂ, ਠੀਕ ਹੈ ਜੀ, ਸਿੰਗਲ ਲੈਗ ਰੇਸਸ ਹੋ ਗਈਆਂ ਔਰ ਪਲੈਂਕ ਹੋ ਗਏ, ਤੁਹਾਡੇ ਕਰੰਚਸ ਹੋ ਗਈਆਂ, ਠੀਕ ਹੈ ਜੀ। ਕਰੰਚਸ ਅਲੱਗ-ਅਲੱਗ ਵੇਰੀਐਂਟਸ ਦੇ ਕੇ ਲਾ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਹੈਂਗਿੰਗ ਲੈਗ ਰੇਸ ਹੋ ਗਈਆਂ, ਠੀਕ ਹੈ ਜੀ। ਫਿਰ ਰਸ਼ੀਅਨ ਟਵਿਸਟ ਹੋ ਗਏ। ਇਹ ਐਕਸਰਸਾਈਜ਼ਾਂ ਇੱਦਾਂ ਦੀਆਂ ਐਕਸਰਸਾਈਜ਼ ਜਿਹੜੀਆਂ ਡਿਫੀਕਲਟੀ ਐਕਸਰਸਾਈਜ਼ਾਂ ਆ ਜਾਂਦੀਆਂ ਜਿਹੜੀਆਂ ਤੁਹਾਡੇ ਤੋਂ ਨਹੀਂ ਹੋ ਸਕਦੀਆਂ ਈਜ਼ੀਲੀ, ਉਹ ਤੁਸੀਂ ਅੰਡਰ ਆਪਣੇ ਪਰਸਨਲ ਟ੍ਰੇਨਰ ਦੀ ਗਾਈਡੈਂਸ ਦੇ ਅਕੋਰਡਿੰਗ ਕਰ ਸਕਦੇ ਹੋ। ਫੈਟ ਲੋਸ ਲਈ ਇੱਕ ਕਾਮਨ ਜਿਹੀ ਐਕਸਰਸਾਈਜ਼ ਜੰਪਿੰਗ, ਠੀਕ ਹੈ। ਜੰਪਿੰਗ ਕਈ ਲੋਕ ਕਹਿੰਦੇ ਵੀ ਸਿੰਪਲ ਜੰਪਿੰਗ ਲੈ ਜਾਂਦੇ ਆ, ਬਟ ਇਹਨੂੰ ਈਜ਼ੀ ਵੇ ਨਾਲ ਲਓ। ਜੰਪਿੰਗ ਦੇ ਨਾਲ ਵੀ ਤੁਹਾਡੀ ਬੋਡੀ 'ਚ ਕਈ ਇੰਜਰੀਜ਼ ਹੋ ਸਕਦੀਆਂ ਜੇ ਤੁਸੀਂ ਇੰਸਟਰਕਸ਼ਨ ਫੋਲੋ ਨਹੀਂ ਕਰਦੇ, ਕਿ ਜੇ ਤੁਸੀਂ ਉਹਨੂੰ ਓਵਰ ਕਰਦੇ ਹੋ। ਜਿਵੇਂ ਤੁਹਾਡੇ ਗੈਸਟ੍ਰੋਸਿਨੇਮਸ ਸੋਲੀਅਸ ਮਸਲ ਜਿਹੜੇ ਆ ਉਹਨਾਂ ਦੇ ਵਿੱਚ ਖਿਚਾ ਸਕਦਾ ਵਾ, ਮਾਸਪੇਸ਼ੀਆਂ ਖਿੱਚੀਆਂ ਜਾ ਸਕਦੀਆਂ ਜਾਂ ਤੁਹਾਡੇ ਜਿਹੜੇ ਜੁਆਇੰਟ ਨੇ ਐਂਕਲ ਜੁਆਇੰਟ ਆ ਉਹਦੇ 'ਚ ਪ੍ਰੋਬਲਮ ਆ ਸਕਦੀ ਆ, ਤੁਸੀਂ ਓਵਰ ਕਰਦੇ ਹੋ। ਉਹ ਹੁਣ ਤੁਹਾਨੂੰ ਸਹੀ ਵੇ ਦੱਸਦੇ ਆ ਕਿ ਉਹ ਲਾਉਣਾ ਕਿੱਦਾਂ ਵਾ। ਜਿਵੇਂ ਕਿ ਮੰਨ ਲਓ ਕਿ ਫਰੈਸ਼ਰ ਬੰਦਾ ਵਾ, ਉਹ ਜਿਵੇਂ 30 ਸੈਕਿੰਡ ਐਕਟਿਵ ਜੰਪ ਕਰੂਗਾ 30 ਸੈਕਿੰਡ, ਉਸ ਤੋਂ ਬਾਅਦ 30 to 1 ਮਿੰਟ ਰੈਸਟ ਕਰੂਗਾ, ਠੀਕ ਹੈ। ਔਰ ਪੰਜਿਆਂ ਦੇ ਉੱਪਰ ਹੀ ਜੰਪਿੰਗ ਕਰੂਗਾ ਜਿਹੜਾ ਅੰਡਰ ਵੇਟ ਹੈ। ਜਿੱਦਾਂ ਲਾ ਲਓ ਕਿ ਜਿਹਦਾ ਵੇਟ ਹੈਗਾ ਵਾ ਲਾਈਕ 70-80 kg ਉਹ ਕਰ ਸਕਦਾ ਵਾ। ਜਿਹਦਾ ਵੇਟ ਓਵਰ ਆ ਜਾਂਦਾ ਫਿਰ ਲਾ ਲਓ ਕਿ ਕੁਇੰਟਲ ਹੋ ਗਿਆ 100 kg ਜਾਂ 100 kg ਪਲੱਸ ਹੋ ਗਿਆ, ਉਹਦੇ ਲਈ ਉਹ ਉਸ ਐਕਸਰਸਾਈਜ਼ ਨੂੰ ਅਵੋਇਡ ਕਰੇ ਜੰਪਿੰਗ ਨੂੰ। ਫਿਰ ਉਹਨਾਂ ਦੇ ਨੀਜ਼ ਨਹੀਂ ਤਾਂ ਉਹਨਾਂ ਦੇ ਨੀਜ਼ 'ਚ ਪ੍ਰੋਬਲਮ ਆ ਸਕਦੀ ਹੈ, ਬੈਕ 'ਚ ਪ੍ਰੋਬਲਮ ਆ ਸਕਦੀ ਹੈ, ਐਂਕਲ 'ਚ ਪ੍ਰੋਬਲਮ ਆ ਸਕਦੀ ਹੈ, ਠੀਕ ਹੈ ਜੀ। ਜਦੋਂ ਤੁਸੀਂ ਜੰਪਿੰਗ ਕਰਦੇ ਹੋ ਤਾਂ ਤੁਸੀਂ ਧਿਆਨ ਰੱਖਣਾ ਕਿ ਤੁਹਾਡੀ ਜਿਹੜੀ ਅੱਡੀ ਹੈ ਉਹ ਨਹੀਂ ਥੱਲੇ ਲੱਗਣੀ ਚਾਹੀਦੀ, ਪੈਰ ਦਾ ਪਿਛਲਾ ਹਿੱਸਾ ਉਹ ਨਹੀਂ ਅੱਗੇ ਲੱਗਣਾ ਚਾਹੀਦਾ। ਸਿਰਫ ਪੰਜਿਆਂ ਦੇ ਉੱਪਰ ਜੰਪਿੰਗ ਕਰਨੀ ਆ। ਜਦੋਂ ਤੁਸੀਂ ਅੱਡੀਆਂ ਦੇ ਸਿਰ 'ਤੇ ਜੰਪਿੰਗ ਕਰਦੇ ਹੋ ਫਿਰ ਤੁਹਾਡੀ ਬੋਡੀ 'ਚ ਆਪਣੇ ਪੈਰਾਂ ਦੇ ਵਿੱਚ ਬਹੁਤ ਛੋਟੀਆਂ ਹੱਡੀਆਂ ਹੁੰਦੀਆਂ ਜਿਹਨਾਂ ਨੂੰ ਆਪਾਂ ਟਾਰਸਲ ਕਹਿ ਦਿੰਦੇ ਹਾਂ, ਉਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਆਉਂਦਾ ਜਾਂ ਫਿਰ ਆਪਣੇ ਗਿੱਟੇ ਦੇ ਵੀ ਆ ਸਕਦਾ ਪ੍ਰੈਸ਼ਰ, ਠੀਕ ਹੈ, ਜਿਹਨੂੰ ਐਂਕਲ ਜੁਆਇੰਟ ਕਹਿੰਦੇ ਆ। ਸੋ ਉਹਦੀ ਇੰਜਰੀ ਹੋਣ ਦਾ ਡਰ ਆ। ਹੁਣ ਜੰਪਿੰਗ ਸਕੁਐਟ ਕਿਹੜੇ ਸਾਡੇ ਜਿਹੜੇ ਕਲਾਇੰਟ ਨੇ ਉਹ ਕਰ ਸਕਦੇ ਨੇ। ਜਿਹਦੇ ਬਿਗਨਰ ਆ ਜਾਂਦੇ ਆ ਜਾਂ ਐਡਵਾਂਸ ਆ ਜਾਂਦੇ ਆ ਜਾਂ ਮੋਡਰੇਟ ਕਲਾਇੰਟ ਆ ਜਾਂਦੇ ਆ, ਉਹਨਾਂ ਦੇ ਵਿੱਚੋਂ ਕਿਹੜੇ ਕਰ ਸਕਦੇ ਨੇ। ਸੋ ਜਿਹੜੇ ਸਾਡੇ ਬਿਗਨਰ ਕਲਾਇੰਟ ਆ ਉਹਨਾਂ ਨੇ ਜੰਪਿੰਗ ਸਕੁਐਟ ਹਜੇ ਨਹੀਂ ਕਰਨੀ 15 ਦਿਨ। ਜਦੋਂ ਵਰਕਆਊਟ ਫੋਲੋ ਕਰਨ ਲੱਗੇ ਉਸ ਤੋਂ ਬਾਅਦ 15 ਦਿਨ ਤੋਂ ਬਾਅਦ ਫੋਲੋ ਕਰਨੀ ਆ।
ਜਿਹੜੇ ਸਾਡੇ ਮੋਡਰੇਟ ਜਾਂ ਐਡਵਾਂਸ ਕਲਾਇੰਟ ਨੇ ਉਹ ਫੋਲੋ ਇਹਨੂੰ ਕਰ ਸਕਦੇ ਆ ਜੰਪਿੰਗ ਸਕੁਐਟ ਨੂੰ। ਜੰਪਿੰਗ ਸਕੁਐਟ ਦਾ ਬੈਨੀਫਿਟ ਇਹ ਹੈ ਕਿ ਤੁਹਾਡੇ ਜਿਹੜੀ ਲੋਅਰ ਬੋਡੀ ਪਾਰਟ ਦੇ ਮਸਲ ਆ ਉਹਨਾਂ ਦੀ ਸਟਰੈਂਥਿੰਗ ਹੁੰਦੀ ਆ, ਸੋ ਜਿਹਦੇ ਨਾਲ ਆਪਾਂ ਨੂੰ ਫੈਟ ਲਾਸ 'ਚ ਹੋਰ ਹੈਲਪ ਮਿਲਦੀ ਆ। ਸੋ ਆਪਣਾ ਟੈਸਟੋਸਟੇਰੋਨ ਲੈਵਲ ਬੂਸਟ ਹੁੰਦਾ ਵਾ। ਸੋ ਆਪਣੀ ਕੋਰ ਬੇਸਿਕਲੀ ਆਪਣੀ ਕੋਰ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ। ਸੋ ਜੇ ਕੋਰ ਸਟਰੋਂਗ ਹੋਊਗੀ ਤਾਂ ਹੀ ਆਪਾਂ ਸੋ ਜਿਹੜੀਆਂ ਆ ਜਾਂਦੀਆਂ ਐਡਵਾਂਸ ਲੈਵਲ ਦੀਆਂ ਐਕਸਰਸਾਈਜ਼ ਉਹਨਾਂ ਨੂੰ ਈਜ਼ੀਲੀ ਕਰ ਪਾਵਾਂਗੇ। ਹੁਣ ਗੱਲ ਕਰਾਂਗੇ ਸਾਈਡ ਰੇਸਸ ਐਕਸਰਸਾਈਜ਼ ਬਾਰੇ। ਸੋ ਸਾਈਡ ਰੇਸਸ ਕਈਆਂ ਦੇ ਲਵ ਹੈਂਡਲ ਬਹੁਤ ਜ਼ਿਆਦਾ ਹੋ ਜਾਂਦੇ ਆ, ਸੋ ਉਹਨਾਂ ਨੂੰ ਘਟਾਉਣ ਦੇ ਲਈ ਕਈਆਂ ਦੇ ਸਾਈਡਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ, ਉਹਨਾਂ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਸੋ ਆਪਾਂ ਐਕਸਰਸਾਈਜ਼ ਕਰਾਂਗੇ। ਉਹ ਐਕਸਰਸਾਈਜ਼ਾਂ ਤੁਸੀਂ ਹੁਣ ਜਿਹੜੀਆਂ ਆਪਾਂ ਲਗਾਉਣ ਜਾ ਰਹੇ ਹਾਂ, ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਰੈਪੀਟੀਸ਼ਨ, ਟਾਈਮਿੰਗ, ਰੈਸਟ ਟਾਈਮ, ਐਕਟਿਵ ਟਾਈਮ ਸਾਰਾ ਸਮਝਾ ਦਿੰਦਾ ਮੈਂ ਉਹਦੇ ਬਾਰੇ ਕਿ ਤੁਸੀਂ ਐਕਸਰਸਾਈਜ਼ ਜਦੋਂ ਕਰਨੀ ਆ ਸਾਈਡ ਰੇਸਸ ਐਕਸਰਸਾਈਜ਼ ਤਾਂ 1 ਮਿੰਟ ਐਕਟਿਵ 1 ਮਿੰਟ ਰੈਸਟ। ਇਹ ਜਿਹੜਾ ਆਪਣਾ ਬਿਗਨਰ ਬੰਦਾ ਉਹ ਵੀ ਈਜ਼ੀਲੀ ਕਰ ਸਕਦਾ, ਠੀਕ ਹੈ ਜੀ। ਸੋ ਇਹਦੇ 'ਚ 1 ਮਿੰਟ ਐਕਟਿਵ ਰਹਿਣਾ, 1 ਮਿੰਟ ਤੁਸੀਂ ਰੈਸਟ ਲੈਣੀ ਹੈ, ਠੀਕ ਹੈ ਜੀ। ਔਰ ਆਪਣਾ ਪੂਰਾ ਸਲੋ ਮੋਸ਼ਨ ਦੇ ਵਿੱਚ ਲਾਉਣੀ ਹੈ, ਪੂਰਾ ਪ੍ਰੋਪਰਲੀ ਪ੍ਰੈਸ਼ਰਾਈਜ਼ ਜਾ ਕੇ। ਔਰ ਉਹਦੇ 'ਚ ਤੁਸੀਂ ਆਪਣੀ ਐਲਬੋਜ਼ ਸਟ੍ਰੇਟ ਰੱਖਣੀਆਂ, ਜ਼ਿਆਦਾ ਬੈਂਡ ਨਹੀਂ ਕਰਨੀਆਂ, ਨੀਜ਼ ਆਪਣੇ ਬਿਲਕੁਲ ਤੁਹਾਡੇ ਸਟ੍ਰੇਟ ਰਹਿਣਗੇ ਉਹਦੇ 'ਚ। ਅਤੇ ਫਿਰ ਡਬਲ ਐਕਸਰਸਾਈਜ਼ ਫਸਟ ਐਕਸਰਸਾਈਜ਼ ਦਾ ਨੇਮ ਹੈ, ਠੀਕ ਹੈ। ਇਹਦੇ ਤੁਸੀਂ 2 ਤੋਂ 3 ਸੈੱਟ ਕਰ ਸਕਦੇ ਹੋ 1-1 ਮਿੰਟ ਦੇ ਵਿਦ 1 ਮਿੰਟ ਰੈਸਟ, ਠੀਕ ਹੈ ਜੀ। ਫਿਰ ਸੇਮ ਆ ਜਾਂਦੀ ਹੈ ਤੁਹਾਡੀ ਸਿੰਗਲ ਹੈਂਡ, ਸਟੈਂਡਿੰਗ ਸਿੰਗਲ ਹੈਂਡ। ਫਿਰ ਇਸ ਤੋਂ ਬਾਅਦ ਸਿਟਿੰਗ ਡਬਲ ਹੈਂਡ, ਫਿਰ ਸਿਟਿੰਗ ਸਿੰਗਲ ਹੈਂਡ। ਇਸ ਤੋਂ ਬਾਅਦ ਤੁਸੀਂ ਆਲਟਰਨੇਟ ਕਰ ਸਕਦੇ ਹੋ। ਸੋ ਇਹ ਸਾਡੀਆਂ ਸਾਈਡ ਰੇਸਸ ਐਕਸਰਸਾਈਜ਼ਾਂ ਜਿਹੜੀਆਂ ਨਾਲ ਤੁਸੀਂ ਆਪਣਾ weight ਲੂਜ਼ ਕਰ ਸਕਦੇ ਹੋ। ਸਾਈਡ ਰੇਸਸ ਐਕਸਰਸਾਈਜ਼ ਦੇ ਵਿੱਚ ਆਪਾਂ ਕਿਵੇਂ ਬਚਾ ਰੱਖ ਸਕਦੇ ਹਾਂ ਜਦੋਂ ਲਾਉਣੀ ਹੈ ਤੁਸੀਂ ਜਿਹੜੇ ਤੁਹਾਡੇ ਨੀਜ਼ ਨੇ ਉਹਨਾਂ ਨੂੰ ਸਟ੍ਰੇਟ ਰੱਖਣਾ, ਬੈਂਡ ਨਹੀਂ ਰੱਖਣਾ। ਔਰ ਆਪਣੇ ਜਿਹੜੇ ਤੁਹਾਡੀਆਂ ਐਲਬੋਜ਼ ਨੇ, ਕੂਣੀਆਂ ਨੇ, ਇਹਨਾਂ ਨੂੰ ਬਿਲਕੁਲ ਲੌਕ ਨਹੀਂ ਰੱਖਣਾ, ਥੋੜ੍ਹੀਆਂ ਜਿਹੀਆਂ ਬੈਂਡ ਕਰਕੇ ਰੱਖਣੀਆਂ ਤਾਂ ਕਿ ਤੁਹਾਡੇ ਜੁਆਇੰਟ ਪ੍ਰੈਸ਼ਰ ਨਾ ਆਵੇ, ਠੀਕ ਹੈ ਜੀ। ਔਰ ਜਿੱਥੋਂ ਤੱਕ ਤੁਸੀਂ ਬੈਂਡ ਜਾ ਸਕਦੇ ਹੋ ਆਪਣਾ 100% ਦੇਣਾ, ਬੈਂਡ ਜਾਣਾ, ਦੂਸਰੀ ਸਾਈਡ ਵੀ ਪੂਰਾ ਬੈਂਡ ਜਾਣਾ। ਤੁਸੀਂ ਆਪਣੇ ਲਵ ਹੈਂਡਲਸ ਨੂੰ ਕੰਟਰੋਲ ਕਰਨ ਦੇ ਲਈ ਇੱਕ ਹੋਰ ਐਕਸਰਸਾਈਜ਼ ਤੁਹਾਨੂੰ ਦੱਸਦੇ ਹਾਂ ਅਸੀਂ, ਟਵਿਸਟਰ। ਅਕਸਰ ਹੀ ਨਾਮ ਸੁਣਿਆ ਹੋਊਗਾ ਤੁਸੀਂ, ਟਵਿਸਟ ਹੋ ਕੇ ਲੱਗਦੀ ਆ। ਸੋ ਉਹ ਆਮ ਹੀ ਆਪਣੇ ਘਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਆ, ਪ੍ਰੋਫੈਸ਼ਨਲ ਜਿੰਮਾਂ ਦੇ ਵਿੱਚ ਵੀ ਅਕਸਰ ਹੀ ਹੁੰਦਾ ਉਹ। ਸੋ ਉਹ ਤੁਸੀਂ ਉਹਦੀ ਟਾਈਮਿੰਗ ਵੀ ਤੁਹਾਡੀ ਜਿਹੜੀ ਹੋਊਗੀ ਉਹ ਰਹੂਗੀ 1 ਮਿੰਟ ਐਕਟਿਵ, 1 ਮਿੰਟ ਰੈਸਟ ਰਹੂਗੀ ਤੁਹਾਡੀ, ਫਿਰ 1 ਮਿੰਟ ਐਕਟਿਵ ਤੁਹਾਡੀ, ਫਿਰ 1 ਮਿੰਟ ਰੈਸਟ ਰਹੂਗੀ। ਉਹਦੇ 'ਚ ਤੁਸੀਂ 3 ਸੈੱਟ ਆਪਣੇ ਲਾ ਸਕਦੇ ਹੋ। ਉਹ ਇਹ ਆਪਣੇ ਜਿਹੜੀ ਹੈਗੀ ਆ ਇਹ ਆਪਣੇ ਇੰਟਰਮੀਡੀਏਟ ਔਰ ਜਿਹੜੇ ਆਪਣੇ ਆ ਜਾਂਦੇ ਨੇ ਬਿਗਨਰ, ਇਹ ਉਹਨਾਂ ਦੇ ਲਈ ਆ। ਜਿਹੜਾ ਐਡਵਾਂਸ ਲੈਵਲ ਦਾ ਆ ਜਾਂਦਾ ਵਾ ਉਹ ਵੀ ਕਰ ਸਕਦੇ ਆ, ਬਟ ਇਹ ਜਿਹੜੀ ਸਪੈਸ਼ਲੀ ਆ ਡਿਜ਼ਾਈਨ ਕੀਤੀ ਗਈ ਸਾਡੇ ਵੱਲੋਂ ਬਿਗਨਰ ਅਤੇ ਇੰਟਰਮੀਡੀਏਟ ਲਈ ਹੈ। ਹੁਣ ਜ਼ਿਆਦਾਤਰ ਦੇਖਣ 'ਚ ਕੀ ਆ ਰਿਹਾ ਵਾ ਕਿ ਜਦੋਂ ਟਵਿਸਟਿੰਗ ਲੋਕ ਕਰਦੇ ਆ ਤਾਂ ਉਹਨਾਂ ਦੇ ਬੈਕ ਪੇਨ ਪ੍ਰੋਬਲਮ ਇੱਦਾਂ ਦੀਆਂ ਸ਼ਿਕਾਇਤਾਂ ਫੇਸ ਕਰਨ ਚਾਹੁੰਦੀਆਂ, ਸੁਣਨ ਚਾਹੁੰਦੀਆਂ ਕਿ ਜਦੋਂ ਅਸੀਂ ਲਾਉਂਦੇ ਹਾਂ ਜੀ ਸਾਡੇ ਬੈਕ ਪੇਨ ਸ਼ੁਰੂ ਹੋ ਜਾਂਦੀ ਆ, ਅਤੇ ਜਾਂ ਫਿਰ ਉਹਨਾਂ ਦੇ ਨੀਜ਼ 'ਚ ਪ੍ਰੋਬਲਮ ਰਹਿਣ ਲੱਗ ਜਾਂਦੀ ਹੈ। ਜਦੋਂ ਤੁਸੀਂ ਐਕਸਰਸਾਈਜ਼ ਕਰਨੀ ਆ ਤਾਂ ਸਿੰਪਲ ਵੇ ਆ, ਤੁਸੀਂ ਆਪਣੇ ਨੀਜ਼ ਨੂੰ ਲੌਕ ਨਹੀਂ ਕਰਨਾ, ਠੀਕ ਹੈ ਜੀ। ਇੱਕ ਹੁੰਦਾ ਆ ਪ੍ਰੋਪਰ ਲੌਕ ਨਹੀਂ ਕਰਨਾ, ਨੀਜ਼ ਨੂੰ ਸਲਾਈਟਲੀ ਜਿਹਾ ਬੈਂਡ ਰੱਖਣਾ ਵਾ ਔਰ ਤੁਹਾਡੀ ਲੋਅਰ ਬੈਕ ਹੈ ਜਿਹੜੀ ਉਹਨੂੰ ਟਾਈਟ ਰੱਖਣਾ ਵਾ, ਠੀਕ ਹੈ ਜੀ। ਔਰ ਇੱਕ ਹੱਦ ਤੱਕ ਮੁੜਨਾ ਵਾ, ਬਹੁਤ ਜ਼ਿਆਦਾ ਨਹੀਂ ਤੁਸੀਂ ਰੋਟੇਟ ਕਰਨਾ ਆਪਣੀ ਬੈਕ ਨੂੰ, ਬਹੁਤ ਜ਼ਿਆਦਾ ਰੋਟੇਟ ਨਹੀਂ ਕਰਨਾ ਹੈਗਾ। ਔਰ ਫਿਰ ਆ ਜਾਂਦੀ ਇੱਕ ਪ੍ਰੋਬਲਮ ਹੋਰ ਕਿ ਤੁਹਾਡੇ ਸ਼ੋਲਡਰ 'ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਤੁਸੀਂ ਕਈ ਦੇਖਦੇ ਹੋਵੋਗੇ ਕਿ ਜ਼ਿਆਦਾਤਰ ਕਲਾਇੰਟਸ ਨੇ ਸੋ ਉਹ ਆਪਣੀ ਲੋਅਰ ਬੈਕ ਦੀ ਮੂਵਮੈਂਟ ਹੀ ਨਹੀਂ ਕਰਾਉਂਦੇਗੇ, ਠੀਕ ਹੈ ਜੀ। ਲੋਅਰ ਬੈਕ ਦੀ ਮੂਵਮੈਂਟ ਨਹੀਂ ਕਰਵਾਉਂਦੇ, ਉਹ ਸ਼ੋਲਡਰ ਦੀ ਮੂਵਮੈਂਟ ਕਰਵਾਉਣ ਲੱਗ ਜਾਂਦੇ ਆ। ਉਸ ਟਾਈਮ ਉਹਨਾਂ ਦੇ ਸਿਟਸ ਮਸਲ ਹੋ ਗਏ, SITS, ਸੁਪਰਾਸਪਾਈਨੇਟਸ, ਇਨਫਰਾਸਪਾਈਨੇਟਸ, ਟੈਰਸ ਮਾਈਨਰ, ਸਬਸਕੈਪੂਲਰ, ਇਹਨਾਂ ਦੇ ਵਿੱਚ ਇੰਜਰੀਜ਼ ਆਉਣ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਦੋਂ ਉਹ ਪੂਰਾ ਘੁੰਮਦੇ ਆ, ਠੀਕ ਹੈ ਜੀ। ਔਰ ਜਾਂ ਫਿਰ ਡੈਲਟੋਇਡਸ ਦੇ ਵਿੱਚ ਕਿਤੇ ਨਾ ਕਿਤੇ ਇੰਜਰੀਜ਼ ਆ ਜਾਂਦੀ, ਖਿਚਾ ਆ ਜਾਂਦਾ ਮਸਲ ਦੇ ਵਿੱਚ। ਸੋ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਵਾ। ਤੁਸੀਂ ਆਪਣੇ ਸ਼ੋਲਡਰ ਨਹੀਂ ਘੁਮਾਉਣੇ, ਸਿਰਫ ਹਿਪ ਰੋਟੇਟ ਕਰਨੀ ਆ, ਉਹ ਵੀ ਇੱਕ ਹੱਦ ਤੱਕ ਜਿੱਦ ਤੱਕ ਤੁਸੀਂ ਨੋਰਮਲੀ ਕਰ ਸਕਦੇ ਹੋ ਆਰਾਮ ਨਾਲ। ਤੁਹਾਡੀ ਫੈਟ ਲੂਜ਼ ਦੇ ਨਾਲ ਜਿਹੜਾ ਤੁਸੀਂ weight ਲੂਜ਼ ਕਰਨਾ, ਉਹਦੇ ਨਾਲ ਤੁਹਾਡੀ ਕੋਰ ਸਟਰੈਂਥਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੋ ਕੋਰ ਸਟਰੈਂਥਿੰਗ ਨੂੰ ਆਪਾਂ ਬਿਲਡ ਅਪ ਕਰਨ ਦੇ ਲਈ 3 ਤੋਂ 4 ਐਕਸਰਸਾਈਜ਼ ਤੁਹਾਨੂੰ ਈਜ਼ੀਲੀ ਵੇਚ ਦੱਸਦੇ ਹਾਂ ਕਿ ਉਹ ਤੁਸੀਂ ਕਿਵੇਂ ਲਾ ਸਕਦੇ ਹੋ, ਆਪਣੀ ਕੋਰ ਨੂੰ ਕਿਵੇਂ ਸਟਰੋਂਗ ਰੱਖ ਸਕਦੇ ਹੋ ਇੱਕ ਸਹੀ ਵੇ 'ਚ ਤੁਸੀਂ, ਕਿ ਤੁਹਾਡੀ ਜਿਹਦੇ ਨਾਲ ਬੋਡੀ ਨੂੰ ਕੋਈ ਇੰਜਰੀ ਨਾ ਹੋਵੇ। ਜਿਵੇਂ ਕਿ ਕਰੰਚਸ ਲਾਉਂਦੇ ਸਮੇਂ ਕਈਆਂ ਦੇ ਬੈਕ ਪੇਨ ਸ਼ੁਰੂ ਹੋ ਜਾਂਦੀ ਆ, ਜਾਂ ਲੈਗ ਰੇਸ ਲਾਉਂਦੇ ਸਮੇਂ ਕਈਆਂ ਦੇ ਬੈਕ ਪੇਨ ਸ਼ੁਰੂ ਹੋ ਜਾਂਦੀ ਆ। ਸੋ ਉਹ ਚੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਵਾ। ਸੋ ਫਸਟ ਐਕਸਰਸਾਈਜ਼ ਆ ਸਾਡੀ ਕਰੰਚਸ, ਠੀਕ ਹੈ ਜੀ। ਕਰੰਚਸ ਲਾਉਣੀਆਂ ਤੁਸੀਂ। ਹੁਣ ਤੁਸੀਂ ਕਰੰਚਸ ਐਕਸਰਸਾਈਜ਼ ਨੂੰ ਬਿਲਕੁਲ ਪਰਫੈਕਟ ਤਰੀਕੇ ਨਾਲ ਕਿਵੇਂ ਲਾ ਸਕਦੇ ਹੋ, ਕਿਵੇਂ ਸਾਵਧਾਨੀਆਂ ਵਰਤ ਕੇ ਲਾ ਸਕਦੇ ਹੋ। ਕਈ ਲੋਕ ਹੁੰਦੇ ਆ ਕਿ ਨੀਜ਼, ਤੁਹਾਡੇ ਜਿਹੜੇ ਨੀਜ਼ ਨੇ ਉਹ ਤੁਹਾਡੇ ਹਿਪ ਜੁਆਇੰਟ ਦੇ ਬਰਾਬਰ ਹੋਣੇ ਚਾਹੀਦੇ, ਜਾਂ ਤਾਂ ਉਹ ਨੀਜ਼ ਬਹੁਤ ਅੰਦਰ ਲੈ ਜਾਂਦੇ ਨੇ
ठीक है जी, या वो बहुत बाहर ले आते हैं, ये चीज़ रॉन्ग आ। थोड़े ਜਿਹੜੇ ਨੀਜ਼ ਨੇ ਉਹ ਹਿਪ ਜੁਆਇੰਟ ਦੇ ਬਰਾਬਰ ਰਹਿਣੇ ਚਾਹੀਦੇ ਨੇ, ਠੀਕ ਹੈ ਜੀ। ਔਰ ਆ ਤੁਹਾਡੇ ਨੀ ਜੁਆਇੰਟ ਤੋਂ ਲੈ ਕੇ ਟੋ ਜੁਆਇੰਟ, ਠੀਕ ਹੈ ਜੀ, ਇੱਕ ਸੇਧ 'ਚ ਹੋਣਾ ਚਾਹੀਦਾ ਪੈਰਲਲ ਟੂ ਫਲੋਰ, ਤਾਂ 90 ਡਿਗਰੀ ਐਂਗਲ ਬਣਨਾ। ਦੇਖੋ ਠੀਕ ਹੈ, ਇਹ ਇੱਕ ਰਾਈਟ ਪੋਜੀਸ਼ਨ ਹੈ। ਔਰ ਤੁਸੀਂ ਲਾ ਕੇ ਦਿਖਾਓ ਕੁਲਵੰਤ, ਤੁਸੀਂ ਹਿਪ ਜਿੰਨੀ ਕੁ ਚੱਕ ਆਪਣੀ ਅਪਰ ਬੈਕ ਜਿੰਨੀ ਕੁ ਚੱਕ ਸਕਦੇ ਹੋ ਉਨੀ ਕੁ ਚੱਕਣੀ ਹੈ, ਠੀਕ ਹੈ। ਬਹੁਤ ਜ਼ਿਆਦਾ ਉੱਪਰ ਆਉਣ ਦੀ ਕੋਸ਼ਿਸ਼ ਨਹੀਂ ਕਰਨੀ, ਉਹਦੇ ਨਾਲ ਕੀ ਹੋ ਜਾਂਦਾ ਕਿ ਤੁਹਾਡੀ ਲੋਅਰ ਬੈਕ ਤੇ ਪ੍ਰੈਸ਼ਰ ਜ਼ਿਆਦਾ ਆ ਜਾਂਦਾ, ਮਸਲ ਖਿਚਾ ਜਾਂਦੇ ਨੇ, ਖਿੱਚੇ ਜਾਂਦੇ ਨੇ, ਤੁਹਾਡੀਆਂ ਜਿਹੜੀਆਂ ਮਸਲਸ ਨੇ ਉਹ ਜ਼ਿਆਦਾ ਓਵਰ ਸਟ੍ਰੈਚ ਹੋ ਜਾਂਦੀਆਂ, ਉਹਦੇ ਨਾਲ ਇੰਜਰੀਜ਼ ਦੀ ਜਿਹੜੀ ਪ੍ਰੋਬਲਮ ਆ ਉਹ ਕਿਤੇ ਨਾ ਕਿਤੇ ਫੇਸ ਕਰਨੀ ਪੈ ਸਕਦੀ ਆ। ਅਗਲੀ ਐਕਸਰਸਾਈਜ਼ ਲੈਗ ਰੇਸਸ। ਇੱਕ ਹੋਰ ਐਕਸਰਸਾਈਜ਼ ਆ ਤੁਹਾਡੀ ਕੋਰ ਨੂੰ ਬਿਲਡ ਅਪ ਕਰਨ ਦੇ ਲਈ, ਲੋਅਰ ਐਬਸ ਤੇ ਵਰਕ ਕਰਦੇ, ਜਿਹਨੂੰ ਤੁਸੀਂ 6 ਪੈਕ ਕਹਿ ਦਿੰਦੇ ਹੋ, ਉਹਦੇ ਲੋਅਰ ਐਬਸ, ਅਪਰ ਦੇ 4 ਜਿਹੜੇ ਐਬਸ ਨੇ ਉਹ ਈਜ਼ੀਲੀ ਆਪਣੇ ਆ ਜਾਂਦੇ ਆ ਬਾਹਰ ਜਦੋਂ ਤੁਸੀਂ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੰਦੇ ਹੋ। ਇੰਟਰਮੀਡੀਏਟ ਜਾਂ ਐਡਵਾਂਸ ਬੰਦੇ ਲਈ ਇਹ ਈਜ਼ੀ ਹੋ ਜਾਂਦਾ ਕਿ ਉਹ 4 ਐਬਸ ਨੂੰ ਜਲਦੀ ਵਿਜ਼ੀਬਲ ਕਰ ਲੈਂਦਾ, ਦਿਖਣ ਲਾਉਂਦਾ। ਬਟ ਜਿਹੜੇ ਥੱਲੜੇ ਐਬਸ ਰਹਿੰਦੇ, ਜਿਹਨਾਂ ਨੂੰ 6 ਪੈਕ ਪੂਰੇ ਕਹਿ ਦਈਏ, ਥੱਲੜੇ 2 ਐਬਸ ਹੁੰਦੇ ਆ, ਲੋਅਰ ਐਬਸ ਆ ਜਾਂਦੇ ਨੇ ਜਿਹੜੇ ਥੱਲੇ 2, ਉਹ ਨਿਕਲਣੇ ਥੋੜੇ ਮੁਸ਼ਕਲ ਹੋ ਜਾਂਦੇ ਆ। ਉਹਦੇ ਲਈ ਐਕਸਰਸਾਈਜ਼ ਆ ਲੈਗ ਰੇਸਸ, ਠੀਕ ਹੈ ਜੀ। ਉਹ ਤੁਹਾਨੂੰ ਲਾ ਕੇ ਦੱਸਦੇ ਆ ਕਿ ਲੈਗ ਰੇਸ ਐਕਸਰਸਾਈਜ਼ ਕਿਵੇਂ ਆ ਤੇ ਉਹਦੇ ਬੈਨੀਫਿਟ ਕੀ ਨੇ, ਉਹ ਐਕਸਰਸਾਈਜ਼ ਤੁਹਾਨੂੰ ਲਾ ਕੇ ਦੱਸਦੇ ਆ। ਸਾਡੀ ਨੈਕਸਟ ਐਕਸਰਸਾਈਜ਼ ਆ ਜਾਂਦੀ ਹੈ ਲੈਗ ਰੇਸ, ਠੀਕ ਹੈ ਜੀ। ਹੁਣੇ ਤੁਹਾਨੂੰ ਦੱਸਦੇ ਆ ਕਿ ਇਹਦਾ ਨੈਗਲੇਸ਼ਨ ਕੀ ਆ, ਸਹੀ ਕਿਵੇਂ ਲਾ ਸਕਦੇ ਹੋ, ਤੇ ਇਹਦੇ 'ਚ ਤੁਹਾਨੂੰ ਦੱਸਦੇ ਆ ਕਿ ਤੁਸੀਂ ਕਿਵੇਂ ਸਾਵਧਾਨੀਆਂ ਵਰਤ ਕੇ ਲਾ ਸਕਦੇ ਹੋ। ਲਾਓ ਜੀ, ਲੈਗ ਰੇਸਸ, ਨੀਜ਼ ਤੁਸੀਂ ਬੈਂਡ ਰੱਖਣੇ ਆ, ਠੀਕ ਹੈ ਜੀ। ਔਰ ਆਪਣੀ ਨੈਕ ਅਪ ਰੱਖਣੀ ਆ, ਬਰੀਦਿੰਗ ਆਪਣੀ ਨਾਰਮਲ ਰੱਖਣੀ ਆ, ਤੁਸੀਂ ਸਾਹ ਜਿਹੜਾ ਲੈਣਾ ਉਹ ਤੁਸੀਂ ਨਾਰਮਲੀ ਲੈਣਾ, ਠੀਕ ਹੈ ਜੀ। ਤੁਸੀਂ ਬਹੁਤ ਜ਼ਿਆਦਾ ਸਾਹ ਨਹੀਂ ਰੋਕਣਾ ਆਪਣਾ, ਉਹਦੇ ਨਾਲ ਵੋਮਟਿੰਗ ਫੇਸ ਕਰਨੀ ਪੈ ਜਾਂਦੀ, ਵੋਮਟਿੰਗ ਆ ਸਕਦੀ ਆ। ਸੋ ਇਹ ਤੁਸੀਂ ਐਕਸਰਸਾਈਜ਼ ਆਪਣੇ ਲੋਅਰ ਐਬਸ ਦੇ ਲਈ ਲਾ ਸਕਦੇ ਹੋ। ਕੋਰ ਸਟਰੈਂਥਿੰਗ ਲਈ ਇੱਕ ਹੋਰ ਐਕਸਰਸਾਈਜ਼ ਆ ਜਾਂਦੀ ਹੈ ਜੀ, ਪਲੈਂਕ। ਬਹੁਤ ਸਾਰਿਆਂ ਨੇ ਕਲਾਇੰਟਸ ਨੇ ਸੁਣਿਆ ਹੋਊਗਾ ਕਿ ਪਲੈਂਕ ਨੂੰ ਬਹੁਤ ਈਜ਼ੀ ਲੈ ਜਾਂਦੇ ਤੁਸੀਂ। ਹਾਲਾਂਕਿ ਇਹ ਇੱਕ ਅੰਡਰ ਪ੍ਰੋਫੈਸ਼ਨਲ ਟ੍ਰੇਨਰ ਦੇ ਲਾਉਣ ਵਾਲੀ ਐਕਸਰਸਾਈਜ਼ ਹੈ ਕਿ ਤੁਸੀਂ ਇਹਨੂੰ ਸਹੀ ਵੇ ਨਾਲ ਕਿਵੇਂ ਲਾ ਸਕਦੇ ਹੋ। ਐਕਸਰਸਾਈਜ਼ ਟਾਈਮ ਤੁਸੀਂ ਆਪਣੀ ਲੋਅਰ ਬੈਕ ਔਰ ਤੁਹਾਡੇ ਜਿਹੜੇ ਸ਼ੋਲਡਰ ਜੁਆਇੰਟ ਆ, ਉਹਨਾਂ ਦੋਨਾਂ ਦੀ ਜਿਹੜੀ ਆ ਜਾਂਦੀ ਆ ਪੋਜੀਸ਼ਨ, ਉਹ ਸੇਮ ਹੋਣੀ ਚਾਹੀਦੀ ਆ, ਪੈਰਲਲ ਟੂ ਫਲੋਰ। ਉਸ ਤੋਂ ਬਾਅਦ ਤੁਹਾਡੀ ਕੋਰ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਹੁੰਦਾ ਵਾ। ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਬੋਡੀ ਵਾਈਬ੍ਰੇਟ ਹੋਣੀ ਸ਼ੁਰੂ ਹੋ ਗਈ, ਸੋ ਉਸ ਟਾਈਮ ਤੁਹਾਡੀ ਕੋਰ ਬਿਲਡਅਪ ਹੋ ਰਹੀ ਹੁੰਦੀ ਹੈ, ਠੀਕ ਹੈ ਜੀ। ਉਹਨੂੰ ਹੋਲਡ ਕਰੋ। ਔਰ ਇਹ ਐਕਸਰਸਾਈਜ਼ ਦਾ ਟਾਈਮ ਆ ਜਿਹੜਾ ਤੁਹਾਡਾ 1 ਮਿੰਟ ਤੋਂ 1.5 ਮਿੰਟ ਤੱਕ ਹੋ ਸਕਦਾ ਵਾ, ਠੀਕ ਹੈ ਜੀ। ਔਰ ਇਹਦੇ 'ਚ ਰੈਸਟ ਤੁਸੀਂ ਲੈ ਸਕਦੇ ਹੋ 30 ਸੈਕਿੰਡ ਤੋਂ ਲੈ ਕੇ 1 ਮਿੰਟ ਤੱਕ। ਔਰ ਜਿਹੜੇ ਸਾਡੇ ਬਿਗਨਰ ਕਲਾਇੰਟ ਨੇ ਉਹ ਇਹਨੂੰ ਨਾ ਟਰਾਈ ਕਰਨ, ਇਮੀਡੀਏਟ ਔਰ ਐਡਵਾਂਸ ਕਲਾਇੰਟ ਨੇ ਉਹ 2 ਤੋਂ 3 ਮਿੰਟ ਵੀ ਲਾ ਸਕਦੇ ਨੇ ਪਲੈਂਕ। ਔਰ ਇਹਦੇ 'ਚ ਤੁਸੀਂ ਕੀ ਵਿਚਾਰ ਰੱਖਣਾ ਵਾ ਕਿ ਤੁਸੀਂ ਜਦੋਂ ਲਾਉਂਦੇ ਸਮੇਂ ਆਪਣੀ ਲੋਅਰ ਬੈਕ ਨੂੰ ਬਹੁਤ ਜ਼ਿਆਦਾ ਹਾਈਪਰ ਨਹੀਂ ਕਰ ਦੇਣਾ, ਠੀਕ ਹੈ ਜੀ, ਜਾਂ ਆਪਣੇ ਨੀਜ਼ ਨੂੰ ਬੈਂਡ ਨਹੀਂ ਕਰ ਲੈਣਾ, ਜਾਂ ਆਪਣੀ ਐਲਬੋਜ਼ ਨੂੰ ਅੱਗੇ ਪਿੱਛੇ ਨਹੀਂ ਕਰ ਲੈਣਾ। ਉਹ ਦੋਨੋਂ ਇੱਕੋ ਸੇਧ 'ਚ ਹੋਣੀਆਂ ਚਾਹੀਦੀਆਂ ਨੇ। ਜਿਵੇਂ ਤੁਹਾਨੂੰ ਦੱਸਿਆ ਕਿ ਪਲੈਂਕ ਐਕਸਰਸਾਈਜ਼ ਇੱਕ ਅੰਡਰ ਪ੍ਰੋਫੈਸ਼ਨਲ ਟ੍ਰੇਨਰ ਦੇ ਹੀ ਲਾਉਣੀ ਚਾਹੀਦੀ ਆ। ਸੋ ਉਹਦੇ ਬੈਨੀਫਿਟ ਕੀ ਆ ਜਾਂਦੇ ਆ ਟ੍ਰੇਨਰ ਦੇ ਅੰਡਰ ਲਾਉਣ ਦੇ। ਆ ਦੇਖੋ ਤੁਸੀਂ, ਇੱਕ ਪਲੈਂਕ ਐਕਸਰਸਾਈਜ਼ ਆ ਕਿ ਆ ਤੁਸੀਂ ਆਪਣੀ ਲੋਅਰ ਬੈਕ ਆ ਜਿਹੜੀ ਤੁਹਾਡੀ ਉੱਚੀ ਆ, ਲੋਅਰ ਬੈਕ ਉੱਪਰ ਆ। ਸੋ ਇਹਨੂੰ ਲੋਅਰ ਬੈਕ ਨੂੰ ਆਪਣੀ ਨੂੰ ਥੱਲੇ ਲੈ ਕੇ ਜਾਓ ਔਰ ਨੀਜ਼ ਤੁਹਾਡੇ ਸ਼ੋਲਡਰ ਤੁਹਾਡੇ ਹਿਪ ਦੇ ਬਰਾਬਰ ਆ ਗਏ ਨਾ। ਸੋ ਆ ਰਾਈਟ ਪੋਜੀਸ਼ਨ ਹੈ। ਔਰ ਤੁਹਾਡੇ ਜਿਹੜੇ ਫੀਟ ਪੁਆਇੰਟ ਆ ਉਹ ਕਲੋਜ਼ ਹੋਣੇ ਚਾਹੀਦੇ, ਬਿਲਕੁਲ ਉਹ ਕਲੋਜ਼ ਨੇ। ਐਲਬੋਜ਼ ਉਹ ਪ੍ਰੋਪਰਲੀ ਆਪਣੀ ਜਗ੍ਹਾ ਤੇ ਨੇ, ਦੋਨੋਂ ਇੱਕ ਸਾਈਡ ਤੇ ਨੇ, ਇੱਕ ਸੇਧ ਤੇ ਹੋਣੇ ਚਾਹੀਦੀਆਂ ਨੇ। ਔਰ ਦੇਖੋ ਵਾਈਬ੍ਰੇਟ ਵੀ ਹੋ ਰਹੀ ਹੈ ਬੋਡੀ, ਔਰ ਦੇਖੋ ਵਾਈਬ੍ਰੇਟ ਵੀ ਹੋ ਰਹੀ ਹੈ। ਵਾਈਬ੍ਰੇਟ ਉਦੋਂ ਹੀ ਬੋਡੀ ਹੋਊਗੀ ਜਦੋਂ ਤੁਹਾਡੀ ਪੋਜੀਸ਼ਨ ਐਕੂਰੇਟ ਹੋਊਗੀ। ਜਦੋਂ ਤੱਕ ਤੁਹਾਡੀ ਪੋਜੀਸ਼ਨ ਐਕੂਰੇਟ ਨਹੀਂ, ਉਦੋਂ ਤੱਕ ਪਲੈਂਕ ਲਾਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ। ਤੁਹਾਡੀ ਬੋਡੀ ਨੂੰ ਸਗੋਂ ਉਹਦੇ ਇੰਜਰੀਜ਼ ਦੇ ਚਾਂਸਸ ਵੱਧ ਜਾਂਦੇ ਆ, ਠੀਕ ਹੈ ਜੀ। ਔਰ ਇੰਜਰੀਜ਼ ਤੋਂ ਬਚਣ ਲਈ ਇੱਕ ਸਹੀ ਵੇ ਦੇ ਨਾਲ ਲਾਓ। ਗੱਲ ਕਰਦੇ ਹਾਂ ਬੇਸਿਕਲੀ ਫੈਟ ਲਾਸ ਜਾਂ weight loss ਦੀ ਡਾਈਟ ਬਾਰੇ ਕਿ ਤੁਸੀਂ ਡਾਈਟ ਕੀ ਰੱਖ ਸਕਦੇ ਹੋ। ਡਾਈਟ 'ਚ ਇੱਕ ਬੜਾ ਵੱਡਾ ਇਸ਼ੂ ਹੋ ਜਾਂਦਾ ਕਿ ਜਿਹੜੀ ਆਪਣੀ ਡਾਈਟਿੰਗ ਹੁੰਦੀ ਹੈ, ਕਈ ਲੋਕ ਡਾਈਟ ਵੀ ਕਰ ਰਹੇ ਹੁੰਦੇ ਆ ਕਿ ਡਾਈਟ ਕਿੱਦਾਂ ਕਰ ਰਹੇ ਹੁੰਦੇ ਆ, ਬਹੁਤ ਘੱਟ ਖਾਂਦੇ ਨੇ, ਠੀਕ ਹੈ ਜੀ। ਸੋ ਘੱਟ ਖਾਣਾ ਵੀ ਇੱਕ weight lose ਕਰਨ ਦਾ ਗਲਤ ਤਰੀਕਾ ਵਾ। ਸੋ ਉਹਦੇ ਨਾਲ weight lose ਨਹੀਂ ਹੁੰਦਾ, ਸਗੋਂ ਮੈਟਾਬੋਲਿਜ਼ਮ ਜਿਹੜਾ ਤੁਹਾਡਾ ਉਹ ਵੀਕ ਹੋ ਜਾਂਦਾ। ਸੋ weight ਤੁਹਾਡਾ ਉੱਥੇ ਰੁਕ ਜਾਂਦਾ ਜਾਂ ਫੈਟ ਪਰਸੈਂਟੇਜ ਵਧਣੀ ਸ਼ੁਰੂ ਹੋ ਜਾਂਦੀ ਆ, ਠੀਕ ਹੈ ਜੀ। ਸੋ ਤੁਸੀਂ ਆਪਣੇ weight ਨੂੰ ਘੱਟ ਕਰਨ ਦੇ ਲਈ ਇੱਕ ਡਾਈਟੀਸ਼ੀਅਨ ਤੋਂ ਪ੍ਰੋਪਰ ਜਿੰਨੀ ਤੁਹਾਡੀ ਬੋਡੀ ਨੂੰ ਕੈਲਰੀਜ਼ ਦੀ ਨੀਡ ਆ, ਠੀਕ ਹੈ ਜੀ, ਉਸ ਤੋਂ ਘੱਟ ਕੈਲਰੀਜ਼ ਲਓ, ਠੀਕ ਹੈ ਜੀ। ਔਰ ਕੈਲਰੀਜ਼ ਦੇ ਵਿੱਚ ਤੁਸੀਂ ਜੰਕ ਫੂਡ ਅਵੋਇਡ ਕਰੋ, ਫਰਾਈਡ ਅਵੋਇਡ ਕਰੋ। ਜ਼ਿਆਦਾਤਰ ਆਪਣੇ ਜਿਵੇਂ ਲਾ ਲਓ ਸੀਜ਼ਨਲੀ ਜਿਵੇਂ ਹੋ ਜਾਂਦੇ ਆ ਪਕੌੜੇ ਵਗੈਰਾ ਹੋ ਗਏ, ਜਾਂ ਆਪਣੇ ਫਰਾਈਡ ਚ ਆ ਜਾਂਦਾ ਚਾਈਨੀਜ਼ ਫੂਡ ਹੋ ਗਿਆ, 버ਗਰ, ਨਿਊਡਲਸ, ਬੱਚੇ ਬੜੇ ਸ਼ੌਂਕ ਨਾਲ ਖਾਂਦੇ ਆ ਚੀਜ਼ਾਂ। ਬਟ ਇਹ ਚੀਜ਼ਾਂ ਦੇ ਜਿਹੜੇ ਇਫੈਕਟ ਨੇ ਉਹ ਅੱਗੇ ਜਾ ਕੇ ਪਤਾ ਲੱਗਦੇ ਨੇ ਕਿ ਇਹ ਚੀਜ਼ਾਂ ਬੜੀਆਂ ਹਾਰਮਫੁਲ ਨੇ ਬੋਡੀ ਲਈ। ਜਿਵੇਂ ਸੌਫਟ ਡਰਿੰਕਸ ਹੋ ਗਏ, ਜਿਵੇਂ ਆਪਣੇ ਸੌਫਟ ਸੋਡਾਜ਼ ਹੋ ਗਏ, ਉਹ ਇਹਨਾਂ ਦੇ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ। ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਾਂਗੇ ਆਪਾਂ ਤਾਂ ਹੀ ਤੁਹਾਡਾ ਜਿਹੜੀ weight ਆ ਉਹ ਲੂਜ਼ ਹੋਊਗਾ, ਤਾਂ ਹੀ ਤੁਹਾਡੀ ਫੈਟ ਪਰਸੈਂਟੇਜ ਆ ਉਹ ਲੋ ਹੋਊਗੀ, ਠੀਕ ਹੈ ਜੀ। ਇੱਕ weight ਲੂਜ਼ ਕਰਨ ਦੇ ਲਈ ਤੁਹਾਨੂੰ
ਕੈਲੋਰੀਜ਼ ਡੈਫੀਸਿਟ ਡਾਈਟ ਫੋਲੋ ਕਰਨ ਦੀ ਜ਼ਰੂਰਤ ਆ। ਕੈਲੋਰੀਜ਼ ਡੈਫੀਸਿਟ ਦਾ ਮਤਲਬ ਲਾ ਲਓ ਵੀ ਤੁਸੀਂ ਲੋ ਕੈਲੋਰੀਜ਼ ਫੂਡ ਖਾਣਾ, ਜਿਵੇਂ ਸੈਲਡ ਹੋ ਗਿਆ, ਸੈਲਡ ਮੈਕਸਿਮਮ ਜਿੰਨਾ ਤੁਸੀਂ ਖਾ ਸਕਦੇ ਹੋ, ਠੀਕ ਹੈ ਜੀ। ਨਾਈਟ ਮੀਲ ਲਾਈਟ ਖਾਓ। ਫੈਟ ਪਰਸੈਂਟੇਜ ਜਿਹੜੀ ਚੀਜ਼ਾਂ ਜਿਨ੍ਹਾਂ 'ਚ ਫੈਟ ਜ਼ਿਆਦਾ ਵਾ, ਠੀਕ ਹੈ ਜੀ, ਉਹ ਲਿਮਿਟ ਮਾਤਰਾ 'ਚ ਲਓ, ਨਾ ਲਓ ਜ਼ਿਆਦਾ ਬੈਟਰ ਹੈ। ਕਾਰਬੋਹਾਈਡਰੇਟ ਬੋਡੀ 'ਚ ਲੋ ਮਾਤਰਾ 'ਚ ਖਾਓ, ਘੱਟ ਤੋਂ ਘੱਟ ਖਾਓ ਕਾਰਬੋਹਾਈਡਰੇਟ, ਠੀਕ ਹੈ ਜੀ। ਔਰ ਤੁਸੀਂ ਉਹਦੇ ਵਿੱਚ ਐਡ ਆਨ ਕਰ ਸਕਦੇ ਹੋ ਪ੍ਰੋਟੀਨ ਹਾਈ ਮਾਤਰਾ ਦੇ ਵਿੱਚ ਰੱਖੋ। ਸੋ ਮਲਟੀਵਾਈਟਾਮਿਨਸ ਹੋ ਗਏ, ਐਂਟੀਆਕਸੀਡੈਂਟ ਹੋ ਗਏ, ਇਹ ਤੁਹਾਨੂੰ ਫਰੂਟਸ ਦੇ ਵਿੱਚੋਂ ਵਧੀਆ ਮਾਤਰਾ 'ਚ ਮਿਲਣਗੇ, ਠੀਕ ਹੈ ਜੀ। ਫਰੂਟਸ ਨੂੰ ਕੰਜ਼ਿਊਮ ਕਰੋ ਵੱਧ ਤੋਂ ਵੱਧ। ਸੋ ਇਹਨਾਂ ਦੇ ਨਾਲ ਹੀ ਤੁਹਾਡਾ weight ਆ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੋ ਜਾਊਗਾ। ਗੱਲ ਕਰਦੇ ਹਾਂ ਜੀ ਕੀਟੋ ਡਾਈਟ ਬਾਰੇ। ਕੀਟੋ ਡਾਈਟ ਕੀ ਹੁੰਦਾ, ਕਈਆਂ ਦੇ ਦਿਮਾਗ ਵਿੱਚ ਬੜੀ ਇੱਕ ਗੱਲ ਹੁੰਦੀ ਆ ਕਲਾਇੰਟਸ ਦੇ ਕਿ ਜੀ ਕੀਟੋ ਡਾਈਟ ਕਰਨ ਨਾਲ ਤਾਂ ਸਗੋਂ ਫੈਟ ਜ਼ਿਆਦਾ ਇਨਕਰੀਜ਼ ਹੋ ਜੂਗੀ, ਕਿ ਉਹਦੇ 'ਚ ਗੁੱਡ ਫੈਟ ਜ਼ਿਆਦਾ ਹੁੰਦੀ ਹੈ। ਜਿਵੇਂ ਲਾ ਲਓ ਕਿ ਪੀਨਟ ਬਟਰ ਹੋ ਗਿਆ, ਠੀਕ ਹੈ ਜੀ, ਔਰ ਉਹਦੇ 'ਚ ਬੜੀ ਜ਼ਿਆਦਾ ਕਹਿੰਦੇ ਕੈਲਰੀਜ਼ ਆ ਜਾਂਦੀਆਂ ਵਾ, ਸੋ ਸਾਡੀ ਫੈਟ ਪਰਸੈਂਟੇਜ ਇਨਕਰੀਜ਼ ਹੋ ਜੂ। ਨਹੀਂ, ਕੀਟੋ ਡਾਈਟ ਦੇ ਨਾਲ ਤੁਹਾਡੀ ਫੈਟ ਪਰਸੈਂਟੇਜ ਇਨਕਰੀਜ਼ ਨੂੰ। ਕੀਟੋ ਡਾਈਟ ਤੁਸੀਂ ਕੀ ਰੱਖਣਾ ਹੁੰਦਾ, ਗੁੱਡ ਫੈਟ ਹਾਈ ਰੱਖਣੀ ਹੁੰਦੀ ਆ, ਪ੍ਰੋਟੀਨ ਉਹ ਵੀ ਹਾਈ ਰੱਖਣਾ ਹੁੰਦਾ ਵਾ। ਬੋਡੀ weight ਦੇ ਅਕੋਰਡਿੰਗ, ਜਿੰਨਾ ਤੁਹਾਡਾ ਬੋਡੀ weight ਹੈ ਉਸ ਦੇ ਅਕੋਰਡਿੰਗ, ਜਿੰਨੀ ਤੁਹਾਡੀ ਏਜ ਹੈ, ਹਾਈਟ ਹੈ, ਉਹਦੇ ਅਕੋਰਡਿੰਗ ਪ੍ਰੋਪਰਲੀ ਇੱਕ ਡਾਈਟ ਚਾਰਟ ਤੁਹਾਡਾ ਤਿਆਰ ਹੁੰਦਾ। ਸੋ ਉਹਨੂੰ ਫੋਲੋ ਕਰਨ ਦੇ ਨਾਲ ਤੁਹਾਡਾ weight lose ਹੁੰਦਾ। ਹਾਂ, ਇਹਦੇ ਤੁਸੀਂ ਕਾਰਬਸ ਜਿਹੜੇ ਹੁੰਦੇ ਆ, ਕਾਰਬੋਹਾਈਡਰੇਟਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਜਿਵੇਂ ਲਾ ਲਓ ਕਿ ਅਨਾਜ ਹੋ ਗਿਆ, ਕਣਕ ਹੋ ਗਈ, ਤੁਹਾਡੇ ਬਰਾਊਨ ਬ੍ਰੈਡਸ ਹੋ ਗਏ, ਠੀਕ ਹੈ ਜੀ। ਔਰ ਕਾਰਬੋਹਾਈਡਰੇਟ ਦੇ ਸੋਰਸ ਆਲੂ ਹੋ ਗਏ, ਸ਼ੱਕਰਕੰਦੀ ਹੋ ਗਈ, ਓਟਸ ਹੋ ਗਏ। ਸੋ ਇਹਨਾਂ ਚੀਜ਼ਾਂ ਨੂੰ ਲੋ ਰੱਖਣਾ ਹੁੰਦਾ। ਕਹਿਣ ਦਾ ਮਤਲਬ ਕਾਰਬੋਹਾਈਡਰੇਟਸ ਤੁਸੀਂ ਘੱਟ ਖਾਣੇ ਆ, ਗੁੱਡ ਫੈਟ ਤੁਸੀਂ ਹਾਈ ਰੱਖਣੀ ਹੈ। ਜਿਵੇਂ ਨਟਸ ਹੋ ਗਏ ਤੁਹਾਡੇ, ਇਹ ਤੁਸੀਂ ਹਾਈ ਖਾਣੇ ਆ। ਪ੍ਰੋਟੀਨ ਦੇ ਵਿੱਚ ਆ ਜਾਂਦਾ ਤੁਹਾਡਾ ਹਰੀਆਂ ਸਬਜ਼ੀਆਂ ਹੋ ਗਈਆਂ, ਠੀਕ ਹੈ ਜੀ, ਔਰ ਚਿਕਨ ਹੋ ਗਿਆ, ਐਗਜ਼ ਹੋ ਗਏ, ਜਾਂ ਵੈਜੀਟੇਰੀਅਨ ਲਈ ਦਾਲਾਂ ਹੋ ਗਈਆਂ, ਲੈਂਟਨਸ। ਸੋ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ। ਸੋ ਕੀਟੋ ਡਾਈਟ 'ਚ ਤੁਸੀਂ ਕਾਰਬਸ ਬਿਲਕੁਲ ਲੋ ਰੱਖਣੇ ਹੁੰਦੇ ਆ, ਕਾਰਬਸ ਨਹੀਂ ਖਾਣੇ, ਗੁੱਡ ਫੈਟ ਐਂਡ ਪ੍ਰੋਟੀਨ ਹਾਈ ਰੱਖਣਾ ਉਹਦੇ 'ਚ। ਹੁਣ ਆਪਾਂ ਚੱਲਦੇ ਹਾਂ ਮੇਰੇ ਪਾਸਟ ਦੇ ਵਿੱਚ ਕਿ ਕੀ ਰਿਹਾ। ਸੋ ਮੈਂ ਬੋਡੀ ਬਿਲਡਿੰਗ ਸ਼ੁਰੂ ਕੀਤੀ ਸੀਗੀ 2007 'ਚ। ਮੈਂ ਆਪਣੀ ਬੋਡੀ ਨੂੰ ਥੋੜ੍ਹਾ ਗਰੋ ਕਰਨਾ ਚਾਹੁੰਦਾ ਸੀ, ਕਿਉਂਕਿ ਮੇਰਾ weight ਬਹੁਤ ਹੀ ਜ਼ਿਆਦਾ ਘੱਟ ਸੀ। ਇੱਕ ਮੇਰੀ ਹਾਈਟ ਨਾ ਜ਼ਿਆਦਾ ਹੋਣ ਦੀ ਕਰਕੇ ਮੈਂ ਇੱਕ ਮਜ਼ਾਕ ਦਾ ਪਾਤਰ ਬਣਿਆ ਰਹਿੰਦਾ ਹੁੰਦਾ ਸੀ ਕਿ ਮੇਰਾ weight ਜਿਹੜਾ ਹੁੰਦਾ ਸੀ 35-40 ਕਿਲੋ ਹੁੰਦਾ ਸੀਗਾ, ਅਤੇ ਉਹ ਦੇਖ ਕੇ ਵੀ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ ਤੇਰੀਆਂ ਮਸਲਸ ਦੇਖ, ਤੇਰੀਆਂ ਬਾਹਾਂ ਦੇਖ, ਵੀ ਤੇਰੀ ਹਾਈਟ ਵੀ ਹੈ ਨਹੀਂ, ਵੀ ਤੂੰ ਕੀ ਕਰੇਂਗਾ ਜਿਮ ਦੇ ਵਿੱਚ। ਸੋ ਮੈਂ ਉਦੋਂ ਤੋਂ ਲਾਉਣਾ ਸ਼ੁਰੂ ਕੀਤਾ ਸੀਗਾ ਜਿਮ, ਠੀਕ ਹੈ ਜੀ। ਸੋ ਮੈਂ ਜਦੋਂ ਟ੍ਰੇਨਿੰਗ, ਜਿਵੇਂ ਮੈਂ ਟ੍ਰੇਨਿੰਗ ਕਰਦਾ ਗਿਆ ਉਵੇਂ ਗਰੋਥ ਹੁੰਦੀ ਗਈ। ਸੋ ਉਸ ਤੋਂ ਬਾਅਦ ਫਿਰ 2012 'ਚ ਮੈਂ ਪਾਵਰ ਲਿਫਟਿੰਗ ਕੀਤੀ ਸੀ। ਪਾਵਰ ਲਿਫਟਿੰਗ 'ਚ ਮੇਰਾ ਗੋਲਡ ਮੈਡਲਿਸਟ ਆਇਆ, ਮੈਂ ਪਾਵਰ ਲਿਫਟਰ ਬਣ ਗਿਆ ਸੀ ਉਸ ਟਾਈਮ। ਅਤੇ ਫਿਰ ਉਸ ਤੋਂ ਬਾਅਦ ਇੰਜਰੀ ਹੋ ਗਈ। ਇੰਜਰੀਜ਼ ਦੇ ਕਾਰਨ ਫਿਰ ਮੇਰੇ ਹਰਨੀਆਂ ਹੋ ਗਿਆ ਸੀ ਔਰ ਇਹਦਾ ਆਪਰੇਸ਼ਨ ਹੋਇਆ। ਆਪਰੇਸ਼ਨ ਹੋਣ ਤੋਂ ਬਾਅਦ ਫਿਰ ਮੇਰੀ ਟਮੀ ਕਾਫੀ ਜ਼ਿਆਦਾ ਵੱਧ ਗਈ। ਸੋ ਜਿਹਦੇ ਨਾਲ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਮੈਂ ਜ਼ਿਆਦਾ ਫੈਟੀ ਪਰਸਨ ਬਣ ਗਿਆ। ਅਤੇ ਉਸ ਟਾਈਮ ਮੈਨੂੰ ਫਿਰ ਇੱਕ ਲਾ ਲਓ ਵੀ ਸਮਾਜ ਦੇ ਵਿੱਚ ਜਿੱਦਾਂ ਹੁੰਦਾ ਨਾ ਕਿ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ ਕਿ ਹਾਂ ਜੀ ਇਹਦੀ ਫੈਟ ਪਰਸੈਂਟੇਜ ਜ਼ਿਆਦਾ ਹੈ, ਠੀਕ ਹੈ, ਸੋ ਜ਼ਿਆਦਾ ਮੋਟਾ ਲੱਗਣਾ, ਠੀਕ ਹੈ, ਉਹ ਵੀ ਇੱਕ ਬੜਾ ਆਪਣੇ ਆਪ 'ਚ ਹੀ ਭੱਦਾ ਮਜ਼ਾਕ ਹੋ ਜਾਂਦਾ ਕਿ ਤੁਸੀਂ ਬਹੁਤ ਜ਼ਿਆਦਾ ਫੈਟੀ ਹੋ, ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਕੁਛ ਐਕਸਰਸਾਈਜ਼ਾਂ ਸ਼ੁਰੂ ਕਰਨੀਆਂ ਕੀਤੀਆਂ, ਅਤੇ ਆਪਣੀ ਟ੍ਰੇਨਿੰਗ ਗਾਈਡੈਂਸ ਦੇ ਅਕੋਰਡਿੰਗ ਹੀ, ਜਿਵੇਂ ਮੈਂ ਟ੍ਰੇਨਿੰਗ ਸਰਟੀਫਿਕੇਸ਼ਨ ਕੀਤੀ ਹੈ, ਜਿਹੜੇ ਆਪਣੇ ਪਰਸਨਲ ਟ੍ਰੇਨਰ ਸਰਟੀਫਿਕੇਸ਼ਨ, ਡਾਈਟੀਸ਼ੀਅਨ ਨਿਊਟ੍ਰੀਸ਼ਨ ਦਾ ਸਰਟੀਫਿਕੇਸ਼ਨ ਹੋ ਗਿਆ, ਜਾਂ ਐਨਾਬੋਲਿਕਸ ਦੇ ਸਰਟੀਫਿਕੇਸ਼ਨ ਜਿੰਨੇ ਵੀ ਹੋ ਗਏ ਸਾਰੇ ਸਪਲੀਮੈਂਟਸ ਦੇ ਰਿਗਾਰਡਿੰਗ। ਅਤੇ ਉਹਨਾਂ ਦੇ ਵਿੱਚੋਂ ਜੋ ਮੈਨੂੰ ਸਿੱਖਣ ਨੂੰ ਮਿਲਿਆ, ਫਿਰ ਉਹਨੂੰ ਆਪਣੀ ਬੋਡੀ ਦੇ ਉੱਤੇ ਅਪਲਾਈ ਕੀਤਾ, ਤਾਂ ਫਿਰ ਉਹਦੇ ਨਾਲ ਚੇਂਜਸ ਆਉਣੇ ਸ਼ੁਰੂ ਹੋਏ ਬੋਡੀ 'ਚ। ਕੁਛ ਕੁ ਐਕਸਰਸਾਈਜ਼ ਫਿਜ਼ੀਓਲੋਜੀ ਬਾਰੇ ਪੜ੍ਹਿਆ ਚੰਗੀ ਤਰ੍ਹਾਂ, ਉਹਦੇ ਬਾਰੇ ਡੀਪਲੀ ਜਾਣਕਾਰੀ ਲਈ, ਫਿਰ ਉਹਨੂੰ ਆਪਣੀ ਬੋਡੀ ਦੇ ਉੱਤੇ ਦੁਬਾਰਾ ਅਪਲਾਈ ਕੀਤਾ, ਤਾਂ ਫਿਰ ਚੇਂਜਸ ਆਉਣੇ ਸ਼ੁਰੂ ਹੋਏ। ਤਾਂ ਫਿਰ ਉਸ ਤੋਂ ਬਾਅਦ ਆਪਣੀ ਬੋਡੀ 'ਚ ਇੱਕ ਵੱਖਰਾ ਨਤੀਜਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਕਿਸੇ ਨੂੰ ਵੀ ਕੋਈ ਕੁਐਰੀਜ਼ ਹੋਵੇ, ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੋਵੇ, ਜਾਂ ਕਿਸੇ ਨੇ ਪਰਸਨਲੀ ਡਾਈਟ ਪਲਾਨ, ਐਕਸਰਸਾਈਜ਼ ਪਲਾਨ, ਹੋਮ ਡਾਈਟਿੰਗ ਪਲਾਨ, ਜਾਂ ਪਰਸਨਲ ਟ੍ਰੇਨਿੰਗ ਦੇ ਬਾਰੇ ਕੋਈ ਵੀ ਤੁਸੀਂ ਕੁਐਸਚਨ ਪੁੱਟ ਕਰਦੇ ਹੋ, ਜਾਂ ਕਿਸੇ ਨੂੰ ਵੀ ਨੀਡ ਲੱਗਦੀ ਆ, ਤਾਂ ਤੁਸੀਂ ਮੈਨੂੰ ਮੇਰੇ ਪਰਸਨਲੀ ਕੰਟੈਕਟ ਨੰਬਰ 'ਤੇ ਮੈਸੇਜ ਕਰਕੇ ਜਾਂ ਕਾਲ ਕਰਕੇ ਪੁੱਛ ਸਕਦੇ ਹੋ। ਮੇਰਾ ਕੰਟੈਕਟ ਨੰਬਰ 9814376228 9814376228 'ਤੇ ਕੰਟੈਕਟ ਕਰਕੇ ਤੁਸੀਂ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਇੰਸਟਾਗ੍ਰਾਮ ਆਈਡੀ ਮੇਰੀ AK ਫਿਟਨੈਸ ਵਰਲਡ ਨੂੰ ਤੁਸੀਂ ਫੋਲੋ ਕਰਕੇ ਉੱਥੋਂ ਵੀ ਮੇਰੇ ਕੁਐਰੀਜ਼ ਵਗੈਰਾ ਜੋ ਵੀ ਹੈ ਉਹ ਪੁੱਛ ਸਕਦੇ ਹੋ। ਹੈਲਥ ਇਜ਼ ਵੈਲਥ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਹਾਊ ਟੂ ਲੂਜ਼ weight, ਕਿਵੇਂ ਆਪਣਾ weight ਤੁਸੀਂ ਘਟਾ ਸਕਦੇ ਹੋ, ਬੋਡੀ ਨੂੰ ਕਿਵੇਂ ਫਿੱਟ ਰੱਖ ਸਕਦੇ ਹੋ। ਉਹਦੇ ਲਈ ਅੱਜ ਦੇ ਪ੍ਰੋਗਰਾਮ 'ਚ ਸਿਰਫ ਇੰਨਾ ਹੀ। ਤੁਸੀਂ ਬਣੇ ਰਹੋ PTN 24 ਦੇ ਨਾਲ। ਧੰਨਵਾਦ।